Morning students, today we will discuss trend analysis. Firstly, I will discuss with you what do you mean by trend. We know that percentage change in anything is known as trend analysis. The financial statements may be analyzed by computing trends of series of information. This method determines the direction upward or downward and involves the computation of the percentage relation between each ਸਟੇਟਮੈਂਟ ਆਈਟਮ ਬੀਅਰ ਟੂ ਸੇਮ ਆਈਟਮ ਇਨ ਦਾ ਬੇਸ ਈਅਰ। ਮੀਨਸ ਕੀ ਦੇਖੋ, ਜੇ ਆਪਾਂ ਗੱਲ ਕਰੀਏ ਨਿਫਟੀ ਦੀ, ਸੈਂਸੈਕਸ ਦੀ, ਤਾਂ ਇੱਕ ਸਟਾਕ ਐਕਸਚੇਂਜਸ ਦੀਆਂ ਸਾਈਟਸ ਨੇ। ਜੇ ਤੁਸੀਂ ਇੱਕ ਵਾਰ ਚੈੱਕ ਕਰਕੇ ਦੇਖੋ ਕਦੇ, ਤਾਂ ਇਹਨਾਂ ਦੇ ਉੱਪਰ ਕੀ ਹੁੰਦਾ ਜਿਹੜੇ ਡੇ ਟੂ ਡੇ ਪ੍ਰਾਈਸਿਸ ਨੇ ਸ਼ੇਅਰਸ ਦੇ, ਉਹ ਕੀ ਹੁੰਦੇ ਰਹਿੰਦੇ ਨੇ, ਚੇਂਜ ਹੁੰਦੇ ਰਹਿੰਦੇ ਨੇ। ਸੈਂਸੈਕਸ ਜਾਂ ਨਿਫਟੀ 'ਤੇ ਹੋ ਗਿਆ ਤਾਂ ਸਿਕਿਉਰਿਟੀਜ਼ ਦੇ ਪ੍ਰਾਈਸ ਵਗੈਰਾ ਹੁੰਦੇ ਨੇ ਉੱਥੇ ਮੈਨਸ਼ਨ ਕੀਤੇ ਹੋਏ। ਤਾਂ ਡੇਲੀ ਕੀ ਹੁੰਦੇ ਨੇ, ਡੇਲੀ ਵੀ ਨਹੀਂ ਹੋ ਸਕਦਾ, 1 ਆਰ 2 ਆਰ ਆਫਟਰ ਕੀ ਹੋ ਸਕਦੇ ਨੇ, ਚੇਂਜ ਹੋ ਜਾਂਦੇ ਨੇ। ਮੀਨਸ ਕਿ ਇੱਕ ਦਿਨ ਦੇ ਵਿੱਚ 1 ਜਾਂ 2 ਘੰਟੇ ਦੇ ਬਾਅਦ ਕੀ ਹੁੰਦੇ ਨੇ, ਇਹ ਚੇਂਜ ਹੋ ਜਾਂਦੇ ਨੇ। ਤਾਂ ਇਸ ਚੇਂਜ ਨੂੰ ਆਪਾਂ ਕੀ ਕਹਿ ਸਕਦੇ ਹਾਂ, ਟਰੈਂਡ ਐਨਾਲਿਸਿਸ। ਦ ਇਨਫੋਰਮੇਸ਼ਨ ਫॉर ਅ ਨੰਬਰ ਆਫ ਈਅਰ ਇਜ਼ ਟੇਕਨ ਅਪ ਐਂਡ 1 ਈਅਰ। ਜਨਰਲੀ ਦਾ ਫਸਟ ਈਅਰ ਇਜ਼ ਟੇਕਨ ਐਜ਼ ਬੇਸ ਈਅਰ। ਇਹ ਤਾਂ ਆਪਣੇ ਲਾਸਟ ਦੇ ਵਿੱਚ ਵੀ ਕੀਤਾ, ਲਾਸਟ ਮੈਥਡਸ ਦੇ ਵਿੱਚ ਵੀ ਤਾਂ ਸੇਮ ਹੀ ਫੰਡਾ ਸੀ ਵੀ ਆਪਾਂ ਕੀ ਕਰਦੇ ਹੁੰਦੇ ਆ, ਫਸਟ ਈਅਰ ਨੂੰ ਹੀ ਬੇਸ ਈਅਰ ਮੰਨਦੇ ਹੁੰਦੇ ਆ, ਕਰੰਟ ਈਅਰ ਨੂੰ ਕਦੇ ਵੀ ਬੇਸ ਈਅਰ ਨਹੀਂ ਮੰਨਦੇ। ਦੈਨ ਨੈਕਸਟ ਇਲਸਟ੍ਰੇਸ਼ਨ ਹੈ, ਕੈਲਕੂਲੇਟ ਦੀ ਟਰੈਂਡ ਪਰਸੈਂਟੇਜ ਫਰੋਮ ਦੀ ਫੋਲੋਇੰਗ ਫਿਗਰਸ। ਈਅਰਸ ਦਾ ਡਾਟਾ ਦਿੱਤਾ ਹੋਇਆ ਆਪਾਂ ਨੂੰ, ਸੇਲਸ ਦਿੱਤੀਆਂ ਹੋਈਆਂ ਨੇ, ਸਟਾਕ ਅਤੇ ਪ੍ਰੋਫਿਟ ਬਿਫੋਰ ਟੈਕਸ। ਆਪਾਂ ਨੇ ਕੀ ਕਰਨਾ, ਬੇਸ ਈਅਰ ਕਿਸ ਨੂੰ ਮੰਨਣਾ ਹੈਗਾ। ਤੁਹਾਡੀ ਬੁੱਕ ਦੇ ਵਿੱਚ ਈਅਰਸ ਹੋਣਗੇ ਜਿਹੜੇ ਅਪਡੇਟਡ ਹੋਣਗੇ, ਥੋੜੀ ਪੁਰਾਣੀ ਬੁੱਕ ਹੈ ਤਾਂ ਇਹਦੇ ਵਿੱਚ 4 5 6 7 8 ਨੇ। ਤੁਹਾਡੀ ਬੁੱਕ ਦੇ ਵਿੱਚ ਹੋ ਸਕਦਾ ਹੈ 16 17 18 19 20 ਇਸ ਤਰ੍ਹਾਂ ਡਾਟਾ ਹੋਵੇ। ਬਸ ਚੇਂਜ ਸਿਰਫ ਕਿਸ ਦੇ ਵਿੱਚ ਹੋਏਗਾ, ਅਮਾਊਂਟ ਦੇ ਵਿੱਚ ਅਤੇ ਈਅਰ ਦੇ ਵਿੱਚ ਹੋਊਗਾ। ਤਾਂ ਫਸਟ ਆਪਣੇ ਕੋਲ ਕੀ ਹੈ, ਈਅਰ ਦਿੱਤਾ ਹੋਇਆ ਅਤੇ ਆਪਾਂ ਨੂੰ ਸੇਲਸ ਦਿੱਤੀਆਂ ਹੋਈਆਂ ਨੇ। ਅਮਾਊਂਟ ਹੈ ਤਾਂ ਆਪਾਂ ਨੇ ਕੀ ਕਰਨਾ ਹੈ, ਬੇਸ ਈਅਰ ਕਿੰਨਾ ਮੰਨਣਾ, 100 ਮੰਨਣਾ ਹੈ। ਜਿਵੇਂ ਆਪਾਂ ਇੰਡੈਕਸਿੰਗ ਦੇ ਵਿੱਚ ਕਰਦੇ ਸੀ ਵੀ 100 ਨੂੰ ਬੇਸ ਈਅਰ ਮੰਨ ਕੇ। ਤਾਂ ਅਮਾਊਂਟ ਹੈ, ਟਰੈਂਡ ਪਰਸੈਂਟੇਜ ਆਪਾਂ ਇਸ ਦੇ ਵਿੱਚੋਂ ਕੀ ਕਰਾਂਗੇ, ਮਾਈਨਸ ਕਰਕੇ ਦੱਸੇ ਜਾਵਾਂਗੇ ਵੀ ਕਿੰਨਾ ਕਿੰਨਾ ਚੇਂਜ ਹੋਇਆ। ਜਿਵੇਂ ਦੇਖੋ 4 ਦੇ ਵਿੱਚ ਸੇਲਸ ਕਿੰਨੇ ਦੀਆਂ ਨੇਗੀਆਂ, 1881 ਦੀਆਂ ਨੇ। ਤਾਂ ਇਸ ਦੇ ਵਿੱਚ ਕੀ ਹੋਇਆ, 2005 ਦੇ ਵਿੱਚ ਕਿੰਨੇ ਦੀਆਂ ਹੋ ਗਈਆਂ, 2340 ਰੁਪੀਜ਼। ਤਾਂ ਇਹ ਕੀ ਹੋ ਗਿਆ, ਇੱਕ ਡਿਫਰੈਂਸ ਹੋ ਗਿਆ। ਇਹਨੂੰ ਆਪਾਂ ਕੀ ਕਰਾਂਗੇ, ਬੇਸ ਈਅਰ ਦੇ ਨਾਲ ਕੀ ਕਰਾਂਗੇ, ਇਹਦੀ ਕੈਲਕੂਲੇਸ਼ਨਸ ਕਰਾਂਗੇ। ਤਾਂ ਇਹ ਸਮ ਹੈ ਜਿਹੜਾ ਤੁਸੀਂ ਸੋਲਵ ਕਰਕੇ ਦੇਖ ਲਿਓ, ਕੋਈ ਵੀ ਡਾਊਟ ਹੋਇਆ ਤਾਂ ਪੁੱਛ ਲਿਓ। ਨੈਕਸਟ ਆਪਾਂ ਕਰਦੇ ਹਾਂ ਕਾਮਨ ਸਾਈਜ਼ ਸਟੇਟਮੈਂਟ। ਕਾਮਨ ਸਾਈਜ਼ ਸਟੇਟਮੈਂਟਸ, ਬੈਲੈਂਸ ਸ਼ੀਟ, ਇਨਕਮ ਸਟੇਟਮੈਂਟਸ, these are shown in analytical percentage. The figures are shown as percentage of total assets, total liabilities and total assets. ਤਾਂ ਆਪਾਂ ਕੀ ਕਰਦੇ ਹੁੰਦੇ ਹਾਂ, ਜੇ ਆਪਾਂ ਗੱਲ ਕਰੀਏ ਵਰਕਿੰਗ ਕੈਪੀਟਲ ਦੀ, ਤਾਂ ਫਾਰਮੂਲਾ ਹੁੰਦਾ ਆਪਣੇ ਕੋਲ ਕਰੰਟ ਐਸੈਟਸ ਮਾਈਨਸ ਕਰੰਟ ਲਾਇਬਿਲਿਟੀਜ਼। ਤਾਂ ਜੇ ਕਰੰਟ ਐਸੈਟਸ ਆਪਣੇ ਜ਼ਿਆਦਾ ਨੇ ਤਾਂ ਆਪਣੀ ਕਿਹੜੀ ਵਰਕਿੰਗ ਕੈਪੀਟਲ ਹੁੰਦੀ ਹੈ, ਪੋਜ਼ੀਟਿਵ ਹੁੰਦੀ ਹੈ। ਅਤੇ ਜੇ ਆਪਣੇ ਕੋਲ ਕਰੰਟ ਲਾਇਬਿਲਿਟੀਜ਼ ਜ਼ਿਆਦਾ ਨੇ ਤਾਂ ਆਪਣੀ ਲਾਇਬਿਲਿਟੀ ਹੈ ਜਿਹੜੀ ਉਹ ਕੀ ਹੋ ਜਾਂਦੀ ਹੈ, ਜ਼ਿਆਦਾ ਹੋ ਜਾਂਦੀ ਹੈ। ਤਾਂ ਆਪਣੀ ਕੀ ਹੈ, ਨੈਗੇਟਿਵ ਵਰਕਿੰਗ ਕੈਪੀਟਲ। ਇਸ ਲਈ ਆਪਾਂ ਕੀ ਕਰਦੇ ਹੁੰਦੇ ਹਾਂ, ਟੋਟਲ ਐਸੈਟਸ ਆਰ ਟੇਕਨ ਐਜ਼ 100। ਆਪਾਂ ਟੋਟਲ ਐਸੈਟਸ ਨੂੰ 100 ਮੰਨ ਕੇ ਡਿਫਰੈਂਟ ਐਸੈਟਸ 'ਤੇ ਆਪਾਂ ਕੈਲਕੂਲੇਸ਼ਨਸ ਕਰ ਲੈਂਦੇ ਹਾਂ ਟੋਟਲ ਦੇ ਬੇਸਿਸ 'ਤੇ। ਸਿਮਿਲਰਲੀ ਵੇਰੀਅਸ ਲਾਇਬਿਲਿਟੀਜ਼ ਆਰ ਟੇਕਨ ਐਜ਼ ਪਾਰਟ ਆਫ ਟੋਟਲ ਲਾਇਬਿਲਿਟੀਜ਼। ਕਾਮਨ ਸਾਈਜ਼ ਸਟੇਟਮੈਂਟ ਦੇ ਵਿੱਚ ਕੀ ਹੈ, ਆਪਾਂ ਨੇ ਜੇ ਤਾਂ ਐਸੈਟਸ ਕੈਲਕੂਲੇਟ ਕਰਨੇ ਨੇ ਤਾਂ ਐਸੈਟਸ ਨੂੰ 100 ਮੰਨਣਾ ਹੈ, ਜੇ ਲਾਇਬਿਲਿਟੀਜ਼ ਕਰਨੀਆਂ ਨੇ ਤਾਂ ਆਪਾਂ ਲਾਇਬਿਲਿਟੀਜ਼ ਨੂੰ 100 ਮੰਨ ਲੈਣਾ। ਐਗਜ਼ਾਮਪਲ ਦੇਖੋ, individual assets are expressed as percentage of total assets ₹100 and different liabilities are calculated in relation to total liabilities. Suppose ਕਰੋ ਆਪਣੇ ਕੋਲੇ total assets ਨੇ 5 ਲੱਖ ਦੇ ਅਤੇ ਇਨਵੈਂਟਰੀ ਹੈ ਆਪਣੇ ਕੋਲੇ 50,000 ਦੀ। ਤਾਂ ਇਨਵੈਂਟਰੀ ਕੀ ਹੈ, ਕਹਿੰਦੇ 10% ਹੈ ਟੋਟਲ ਐਸੈਟਸ ਦੀ। ਤਾਂ ਆਪਾਂ ਨੂੰ ਐਸੈਟਸ ਪਤਾ ਨਹੀਂ ਵੀ 5 ਲੱਖ ਰੁਪੀਜ਼ ਦੇ ਨੇ, ਇਨਵੈਂਟਰੀ 50,000 ਦੀ ਹੈ। ਤਾਂ ਇਹ ਕੀ ਹੈ, 10% ਹੈ ਟੋਟਲ ਐਸੈਟਸ ਦਾ। ਤਾਂ ਕੀ ਕਰੋਗੇ ਤੁਸੀਂ, 50,000 ਦੇ ਤਾਂ ਜਿਹੜੇ ਤੁਹਾਡੇ ਕੋਲ 5 ਲੱਖ ਦੇ ਐਸੈਟਸ ਨੇ ਉਹਨਾਂ ਦਾ 10% ਕਰਕੇ ਤੁਸੀਂ ਕੀ ਕੱਢ ਲਓਗੇ, ਇਨਵੈਂਟਰੀ ਦੀ ਵੈਲਿਊ ਕੱਢ ਲਓਗੇ। 50,000 × 100/5 ਲੱਖ ਰੁਪੀਜ਼। ਤਾਂ ਅੱਗੇ ਤੁਹਾਡੇ ਕੋਲ ਕਾਮਨ ਸਾਈਜ਼ ਬੈਲੈਂਸ ਸ਼ੀਟ ਦੇ ਇੱਕ ਨੂਮੈਰੀਕਲ ਕੁਐਸਚਨ ਦਿੱਤਾ ਹੋਇਆ, ਜਿਸ ਤਰ੍ਹਾਂ ਤੁਹਾਨੂੰ ਮੈਂ ਹੁਣ ਇਸ ਛੋਟੀ ਜਿਹੀ ਐਗਜ਼ਾਮਪਲ ਦੇ ਵਿੱਚ ਦੱਸਿਆ ਵੀ ਆਪਾਂ ਨੇ ਕੀ ਕਰਨਾ ਹੁੰਦਾ, ਪਰਸੈਂਟੇਜ ਹੀ ਕੈਲਕੂਲੇਟ ਕਰਨੀ ਹੁੰਦੀ ਹੈ। ਸਾਰਾ ਕੁਛ ਆਪਾਂ ਨੂੰ ਗਿਵਨ ਹੁੰਦਾ, ਬਸ ਉਹ ਫਾਰਮੂਲੇ ਦੇ ਵਿੱਚ ਪੁੱਟ ਅਪ ਕਰਨਾ ਹੁੰਦਾ। ਤਾਂ ਜਿਹੜੇ ਵੀ ਇਲਸਟ੍ਰੇਸ਼ਨ ਹੈ ਤਾਂ ਤੁਸੀਂ ਇੱਕ ਵਾਰ ਨੂੰ ਕੀ ਕਰ ਲਿਓ, ਟਰਾਈ ਕਰਕੇ ਦੇਖ ਲਿਓ। ਨੈਕਸਟ ਟੋਪਿਕ ਹੈ ਕਾਮਨ ਸਾਈਜ਼ ਇਨਕਮ ਸਟੇਟਮੈਂਟ। ਦਿਸ ਆਈਟਮਸ ਇਨ ਇਨਕਮ ਸਟੇਟਮੈਂਟ ਕੈਨ ਬੀ ਸ਼ੋਨ ਐਜ਼ ਪਰਸੈਂਟੇਜ ਆਫ ਸੇਲਸ ਟੂ ਸ਼ੋ ਦੀ ਰਿਲੇਸ਼ਨ ਆਫ ਈਚ ਆਈਟਮ। ਆਪਾਂ ਪ੍ਰੀਵੀਅਸ ਦੇ ਵਿੱਚ ਕੀਤਾ ਸੀ ਕੰਪੈਰੇਟਿਵ ਇਨਕਮ ਸਟੇਟਮੈਂਟ, ਉਸ ਦੇ ਵਿੱਚ ਕੀ ਕੀਤਾ ਸੀ, ਸੇਲ ਮਾਈਨਸ ਐਕਸਪੈਂਸਿਸ, GP, ਇਹ ਸਭ ਕੁਛ ਕੈਲਕੂਲੇਟ ਕੀਤਾ ਸੀ ਆਪਾਂ। ਅਤੇ ਉਹਦੇ ਤੋਂ ਫਿਰ ਆਪਾਂ ਨੇ ਕੀ ਕੀਤਾ ਸੀ, ਐਟ ਦੀ ਐਂਡ NP ਫਾਈਂਡ ਆਊਟ ਕੀਤਾ ਸੀ। ਇਹਦੇ ਵਿੱਚ ਵੀ ਕੁਛ ਨਹੀਂ ਕਰਨਾ, ਤੁਸੀਂ ਕੀ ਕਰਨਾ, ਦੋਨੋਂ ਈਅਰਸ ਦੀ ਕੀ ਕਰਨੀ ਹੈ, ਸੇਲਸ ਦੇ ਵਿੱਚੋਂ ਐਕਸਪੈਂਸਿਸ ਨੂੰ ਮਾਈਨਸ ਕਰ ਦੇਣਾ। ਐਕਸਪੈਂਸਿਸ ਨੂੰ ਮਾਈਨਸ ਕਰਕੇ GP ਆ ਜਾਏਗਾ। ਉਹ ਤੋਂ ਬਾਅਦ ਕੋਈ ਡੈਪਰੀਸੀਏਸ਼ਨ ਹੈ, ਕੋਈ ਪ੍ਰੋਫਿਟ ਵਗੈਰਾ ਉਹਦੀ ਐਡਜਸਟਮੈਂਟ ਹੈ, ਉਹਨੂੰ ਮਾਈਨਸ ਕਰਕੇ ਕੀ ਆ ਜਾਏਗਾ, ਨੈੱਟ ਪ੍ਰੋਫਿਟ ਆ ਜਾਏਗਾ।
ਤਾਂ ਆਪਾਂ ਇਸ ਟੌਪਿਕ ਦੀ ਇੱਕ ਇਲਸਟ੍ਰੇਸ਼ਨ ਕਰ ਲੈਂਦੇ ਹਾਂ। ਕਾਮਨ ਸਾਈਜ਼ ਇਨਕਮ ਸਟੇਟਮੈਂਟ। ਸਭ ਤੋਂ ਪਹਿਲਾਂ ਆਪਣੇ ਕੋਲੇ ਸੇਲਸ ਨੇ, ਸੇਲਸ ਦੇ ਵਿੱਚ ਆਪਾਂ COGS ਨੂੰ ਮਾਈਨਸ ਕੀਤਾ, ਆਪਣੇ ਕੋਲੇ ਕੀ ਆ ਗਿਆ, ਗਰੋਸ ਪ੍ਰੋਫਿਟ। ਮੈਂ ਕੀ ਦੱਸਿਆ ਸੀ ਵੀ ਗਰੋਸ ਪ੍ਰੋਫਿਟ ਹੀ ਆਪਣੇ ਲਈ ਇਨਫ ਨਹੀਂ, ਆਪਾਂ ਨੇ ਕਿੱਥੇ ਤੱਕ ਜਾਣਾ ਹੁੰਦਾ, ਨੈੱਟ ਪ੍ਰੋਫਿਟ ਤੱਕ। ਤਾਂ ਜੇ ਆਪਾਂ ਨੇ ਨੈੱਟ ਪ੍ਰੋਫਿਟ ਤੱਕ ਜਾਣਾ ਤਾਂ ਜਿੰਨੀਆਂ ਵੀ ਸਾਰੀਆਂ ਐਡਜਸਟਮੈਂਟਸ ਹੋਣਗੀਆਂ ਆਪਾਂ ਕੀ ਕਰਾਂਗੇ, ਮਾਈਨਸ ਕਰਾਂਗੇ। ਜਿਵੇਂ ਦੇਖੋ ਆਫਿਸ ਐਕਸਪੈਂਸਿਸ ਹੋ ਗਏ, ਸੈਲਿੰਗ ਹੋ ਗਈ, ਆਪਰੇਟਿੰਗ ਪ੍ਰੋਫਿਟ ਹੋ ਗਿਆ, ਕੋਈ ਮਿਸਲੇਨੀਅਸ ਇਨਕਮਸ ਹੋ ਗਈਆਂ, ਤਾਂ ਟੋਟਲ ਇਨਕਮ ਆ ਜੂਗੀ। ਇਹਦੇ ਵਿੱਚ ਆਪਾਂ ਕੀ ਕਰਾਂਗੇ, ਨੋਨ ਆਪਰੇਟਿੰਗ ਐਕਸਪੈਂਸਿਸ ਨੂੰ ਮਾਈਨਸ ਕਰਕੇ ਜੋ ਵੀ ਅਮਾਊਂਟ ਬਚੇਗੀ ਉਹ ਆਪਣੀ ਕੀ ਹੈ, ਨੈੱਟ ਪ੍ਰੋਫਿਟ। ਕਿਉਂਕਿ ਆਪਾਂ ਨੂੰ ਓਵਰਆਲ ਪਰਫੋਰਮੈਂਸ ਕਿਸੇ ਨੇ ਦੱਸਣੀ ਹੈ, ਨੈੱਟ ਪ੍ਰੋਫਿਟ ਤੋਂ ਹੀ ਪਤਾ ਲੱਗਦੀ ਹੈ। ਦੈਨ ਨੈਕਸਟ ਟੋਪਿਕ ਇਜ਼ ਲਿਮੀਟੇਸ਼ਨਸ ਆਫ ਫਾਈਨੈਂਸ਼ੀਅਲ ਐਨਾਲਿਸਿਸ। ਵੀ ਆਪਾਂ ਨੂੰ ਕੀ ਲਿਮੀਟੇਸ਼ਨਸ ਨੇ, ਇਸਦੇ ਕੀ ਡਿਸਐਡਵਾਂਟੇਜਸ ਨੇ। ਇਟ ਇਜ਼ ਓਨਲੀ ਅ ਸਟੱਡੀ ਆਫ ਇੰਟੀਰੀਅਰ ਰਿਪੋਰਟ। ਆਪਾਂ ਨੂੰ ਸਿਰਫ ਇੰਟੀਰੀਅਰ ਰਿਪੋਰਟਸ ਦਾ ਹੀ ਡਾਟਾ ਮਿਲ ਜਾਂਦਾ ਹੈ, ਕਿਉਂਕਿ ਕੀ ਹੈ, ਮੋਨੀਟਰੀ ਇਨਫੋਰਮੇਸ਼ਨ ਦਿੰਦਾ ਹੈ, ਨੋਨ ਮੋਨੀਟਰੀ ਫੈਕਟਰਸ ਨੂੰ ਕੀ ਕਰਦਾ, ਇਗਨੋਰ ਕਰਦਾ ਹੈ। ਪ੍ਰਾਈਸ ਲੈਵਲ ਚੇਂਜਸ ਨੂੰ ਕੰਸੀਡਰ ਨਹੀਂ ਕਰਦੇ। ਕਿਉਂ? ਆਪਾਂ ਕੀ ਕਰਦੇ ਹਾਂ, ਫਸਟ ਈਅਰ ਨੂੰ ਹੀ ਬੇਸ ਈਅਰ ਮੰਨ ਲੈਂਦੇ ਹਾਂ, ਕਿੰਨੇ ਮਰਜ਼ੀ ਈਅਰਸ ਦਾ ਡਾਟਾ ਕੈਲਕੂਲੇਟ ਕਰਨਾ, ਬਟ ਇਹ ਕੀ ਹੈ, ਇੱਕ ਰੌਂਗ ਫੰਡਾ ਹੈ। ਕਿਉਂਕਿ ਇਹਦੇ ਨਾਲ ਆਪਾਂ ਨੂੰ ਕੀ ਨਹੀਂ ਪਤਾ ਲੱਗ ਜਾਂਦਾ, ਪ੍ਰਾਈਸ ਲੈਵਲ ਚੇਂਜਸ ਨਹੀਂ ਪਤਾ ਲੱਗ ਜਾਂਦੇ, ਪਰਚੇਜ਼ਿੰਗ ਪਾਵਰ ਆਫ ਪੀਪਲ ਨਹੀਂ ਕੰਸੀਡਰ ਕਰ ਸਕਦੇ। ਐਜ਼ ਦੀ ਫਾਈਨੈਂਸ਼ੀਅਲ ਸਟੇਟਮੈਂਟਸ ਆਰ ਪ੍ਰੀਪੇਅਰਡ ਔਨ ਦੀ ਬੇਸਿਸ ਆਫ ਗੋਇੰਗ ਕੰਸਰਨ। ਆਪਾਂ ਗੋਇੰਗ ਕੰਸਰਨ ਬੇਸਿਸ 'ਤੇ ਕੀ ਕਰਦੇ ਹਾਂ, ਅਕਾਊਂਟਿੰਗ ਕਰਦੇ ਹਾਂ, ਜੋ ਕਿ ਕੀ ਹੈ, ਇੱਕ ਗੋਇੰਗ ਕੰਸਰਨ ਬੇਸਿਸ 'ਤੇ ਕਰਾਂਗੇ ਤਾਂ ਆਪਾਂ ਕਰੰਟ ਵੈਲਿਊ ਨਹੀਂ ਪੋਸਟ ਕਰ ਰਹੇ, ਆਪਾਂ ਬੁੱਕ ਵੈਲਿਊ ਪੋਸਟ ਕਰ ਰਹੇ ਹਾਂ ਐਸੈਟਸ ਦੀ। ਦੈਨ ਐਨਾਲਿਸਿਸ ਓਨਲੀ ਮੀਨਸ ਐਂਡ ਨੋਟ ਐਨ ਐਂਡ ਇਨ ਇਟ ਸੈਲਫ। ਜੇ ਆਪਾਂ ਗੱਲ ਕਰੀਏ ਫਾਈਨੈਂਸ਼ੀਅਲ ਐਨਾਲਿਸਿਸ ਕਰ ਲਿਆ, ਇਹੀ ਇਨਫ ਹੈ, ਇਹ ਇੱਕ ਆਪਣੇ ਆਪ ਦੇ ਵਿੱਚ ਐਂਡ ਨਹੀਂ। ਤਾਂ ਤੁਸੀਂ ਕੀ ਕਰਨਾ ਹੈ, ਕਾਮਨ ਸਾਈਜ਼ ਇਨਕਮ ਸਟੇਟਮੈਂਟ ਦੀ, ਟਰੈਂਡ ਐਨਾਲਿਸਿਸ ਦੀ, ਇਹਨਾਂ ਦੀ ਇੱਕ ਇਲਸਟ੍ਰੇਸ਼ਨਸ ਕਰਕੇ ਦੇਖਣੀ ਹੈ। ਕੋਈ ਵੀ ਡਾਊਟ ਹੈ ਤਾਂ ਪੁੱਛ ਲਿਓ, ਆਪਾਂ ਨੈਕਸਟ ਕਲਾਸ ਦੇ ਵਿੱਚ ਕਰਾਂਗੇ ਨੈਕਸਟ ਚੈਪਟਰ। ਥੈਂਕ ਯੂ।